ਧੰਨ ਵਾਹਿਗੁਰੂ ਸਾਹਿਬ ਜੀ। ਹਰ ਕੈ ਭਾਣੈ ਸਤਿਗੁਰ ਮਿਲੈ, ਸਚ ਸੋਝੀ ਹੋਈ। ਗੁਰ ਪ੍ਰਸਾਦੀ ਮਨ ਵਸੈ, ਹਰ ਬੂਝੈ ਸੋਈ। ਮੈਂ ਸੋ ਦਾਤਾ ਏਕ ਹੈ, ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਵਸੈ, ਤਾਂ ਸਦਾ ਸੁਖ ਹੋਈ। ਗੁਰੂ ਦੇ ਪਿਆਰਿਓ, ਇੱਕ ਪਰਮਾਤਮਾ ਹੀ ਮੇਰਾ ਖਸਮ ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ। ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ। ਗੁਰੂ ਦੀ ਮਿਹਰ ਨਾਲ ਉਹ ਮਨ ਵਿੱਚ ਵਸ ਸਕਦਾ ਹੈ। ਜਦੋਂ ਮਨ ਵਿੱਚ ਵਸਦਾ ਹੈ ਤਾਂ ਸਦਾ ਲਈ ਆਨੰਦ ਬਣ ਜਾਂਦਾ ਹੈ। ਮੈਂ ਸੋ ਦਾਤਾ ਏਕ ਹੈ, ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਵਸੈ, ਤਾਂ ਸਦਾ ਸੁਖ ਹੋਈ। ਗੁਰਮੁਖ ਜਨੋ, ਪਰਮਾਤਮਾ ਦੀ ਰਜ਼ਾ ਨਾਲ ਗੁਰੂ ਮਿਲਦਾ ਹੈ। ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਉਸ ਨੂੰ ਸਹੀ ਜੀਵਨ ਦੀ ਸਮਝ ਆ ਜਾਂਦੀ ਹੈ। ਜਿਸ ਪੁਰਸ਼ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੁਖਮਨੀ ਸਾਹਿਬ ਦੀ 11 ਅਸ਼ਟਪਦੀਆਂ ਤੇ ਵਿਚਾਰਾਂ ਹੋਈਆਂ। 12ਵੀਂ ਅਸ਼ਟਪਦੀ ਤੇ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਸ਼ਬਦਾਰਥ। ਮਸਕੀਨੀਆਂ ਯਾਨੀ ਗਰੀਬ, ਆਪ ਯਾਨੀ ਆਪਾ ਭਾਉ, ਨਿਵਾਰ ਯਾਨੀ ਮਿਟਾ ਕੇ, ਤਲੇ ਯਾਨੀ ਹੇਠਾਂ ਨੀਵਾਂ ਹੋ ਜਾਂਦਾ ਹੈ, ਗਰਭ ਯਾਨੀ ਹੰਕਾਰ ਵਿੱਚ, ਗਲੇ ਯਾਨੀ ਗਲ ਗਏ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਗਰੀਬੀ ਧਾਰਨ ਵਾਲਾ ਮੁਖੀ ਵਸਦਾ ਹੈ। ਉਹ ਆਪਾ ਭਾਉ ਮਿਟਾ ਕੇ ਨੀਵਾਂ ਹੋ ਕੇ ਰਹਿੰਦਾ ਹੈ। ਜੈਸਾ ਕਿ ਕਿਸੇ ਰਾਜੇ ਪਾਸ ਇੱਕ ਮਸਕੀਨੀਆ ਨਾਮ ਦਾ ਪਹਿਲਵਾਨ ਸੀ। ਰਾਜੇ ਨੇ ਆਪਣੇ ਦੇਸ਼ ਵਿੱਚ ਢੰਡੋਰਾ ਫੇਰ ਦਿੱਤਾ ਕਿ ਮੇਰੇ ਮਸਕੀਨੀਏ ਪਹਿਲਵਾਨ ਨਾਲ ਜੋ ਕੁਸ਼ਤੀ ਲੜੇਗਾ ਉਸ ਨੂੰ 50 ਰੁਪਏ ਦਿੱਤੇ ਜਾਣਗੇ, ਅਤੇ ਜੋ ਕੋਈ ਮਸਕੀਨੀਏ ਨੂੰ ਢਾਹ ਲਵੇਗਾ ਤਾਂ ਉਸ ਨੂੰ 500 ਰੁਪਏ ਮਿਲੇਗਾ। ਇਹ ਢਿੰਡੋਰਾ ਇੱਕ ਗੁਰੂ ਦੇ ਸਿੱਖ ਨੇ ਵੀ ਸੁਣਿਆ, ਜੋ ਬਹੁਤ ਗਰੀਬ ਸੀ ਅਤੇ ਜਿਸ ਦੀ ਲੜਕੀ ਦੀ ਸ਼ਾਦੀ ਹੋਣੀ ਸੀ। ਲੜਕੀ ਦੀ ਸ਼ਾਦੀ ਵਾਸਤੇ ਗਰੀਬ ਸਿੱਖ ਨੂੰ ਰੁਪਈਆਂ ਦੀ ਲੋੜ ਸੀ, ਪਰ ਗਰੀਬ ਹੋਣ ਦੇ ਕਾਰਨ ਉਸ ਨੂੰ ਰੁਪਈਆ ਪੈਸਾ ਕੋਈ ਨਹੀਂ ਦਿੰਦਾ ਸੀ। ਅਖੀਰ ਤੰਗ ਆ ਕੇ ਉਸ ਸਿੱਖ ਨੇ 500 ਰੁਪਏ ਲੈਣ ਵਾਸਤੇ ਮਸਕੀਨੀਏ ਨਾਲ ਕੁਸ਼ਤੀ ਲੜਨ ਦਾ
ਮਨ ਵਿੱਚ ਵਿਚਾਰ ਕੀਤਾ। ਜਦ ਕੁਸ਼ਤੀ ਵਾਲਾ ਦਿਨ ਆਇਆ ਤਾਂ ਇਹ ਸਿੱਖ ਵੀ ਆਪਣੇ ਕੱਪੜੇ ਲਾ ਕੇ ਡੰਡ ਸਪਾਟੇ ਕੱਢਣ ਲੱਗਾ। ਇਸ ਤੋਂ ਬਿਨਾਂ ਹੋਰ ਕੋਈ ਪਹਿਲਵਾਨ ਮਸਕੀਨੀਏ ਤੋਂ ਡਰਦਾ ਕੁਸ਼ਤੀ ਲੜਨ ਵਾਸਤੇ ਤਿਆਰ ਨਾ ਹੋਇਆ। ਸਾਰੇ ਲੋਕ ਹੈਰਾਨ ਸਨ ਕਿ ਇਹ ਸੁੱਕਾ ਸੜਿਆ ਆਦਮੀ ਮਸਕੀਨੀਏ ਨਾਲ ਕੁਸ਼ਤੀ ਕੀ ਲੜੇਗਾ। ਇਸ ਦੀ ਮੌਤ ਆਈ ਹੈ। ਪਰ ਜਦ ਕੁਸ਼ਤੀ ਦਾ ਸਮਾਂ ਆਇਆ ਤਾਂ ਇਹ ਸਿੱਖ ਨੱਚਦਾ ਟੱਪਦਾ ਅਖਾੜੇ ਵਿੱਚ ਮਸਕੀਨੀਏ ਦੇ ਸਾਹਮਣੇ ਜਾ ਹੋਇਆ। ਪੰਜਾ ਲੈ ਕੇ ਮਸਕੀਨੀਏ ਨੇ ਇਸ ਨੂੰ ਜਦ ਕੁਸ਼ਤੀ ਲੜਨ ਦਾ ਕਾਰਨ ਪੁੱਛਿਆ ਤਾਂ ਗਰੀਬ ਸਿੱਖ ਨੇ ਸਭ ਸੱਚ ਕਹਿ ਦਿੱਤਾ। ਮਸਕੀਨੀਏ ਦੇ ਦਿਲ ਉੱਤੇ ਇਸ ਸੱਚ ਦਾ ਇਹ ਅਸਰ ਹੋਇਆ ਕਿ ਉਸਨੇ ਉਸ ਗਰੀਬ ਸੁੱਕੇ ਸੜੇ ਸਿੱਖ ਪਾਸੋਂ ਪਿੱਠ ਲਵਾ ਲਈ ਅਤੇ ਇਸ ਤਰ੍ਹਾਂ ਉਸ ਲੋੜਵੰਤ ਸਿੱਖ ਨੂੰ 500 ਰੁਪਏ ਇਨਾਮ ਮਿਲਿਆ। ਇਸ ਅਸਲੀਅਤ ਦਾ ਜਦ ਲੋਕਾਂ ਨੂੰ ਕੁਝ ਸਮੇਂ ਬਾਅਦ ਪਤਾ ਲੱਗਿਆ ਤੇ ਸਭ ਨੇ ਮਸਕੀਨੀਏ ਪਹਿਲਵਾਨ ਨੂੰ ਅਸੀਸਾਂ ਦਿੱਤੀਆਂ, ਧੰਨ ਧੰਨ ਕਿਹਾ। ਐਸਾ ਪਰਉਪਕਾਰੀ ਸਦਾ ਸੁਖੀ ਵਸਦਾ ਹੈ। ਗੁਰੂ ਜੀ ਕਹਿੰਦੇ ਹਨ, ਵੱਡੇ ਵੱਡੇ ਹੰਕਾਰੀ ਆਪਣੇ ਹੰਕਾਰ ਵਿੱਚ ਹੀ ਨਾਸ ਹੋ ਜਾਂਦੇ ਹਨ। ਜੈਸਾ ਕਿ ਰਾਵਣ ਅਤੇ ਦੁਰਯੋਧਨ ਕੌਰਵਾਂ ਦਾ ਰਾਜਾ ਆਦਿਕ ਮੇਰੇ ਤੁਲ ਨਹੀਂ ਕਹਿੰਦੇ ਕਹਿੰਦੇ ਹੀ ਸਭ ਕੁਝ ਰਾਜ ਭਾਗ ਤੇ ਪਰਿਵਾਰ ਨੂੰ ਨਸ਼ਟ ਕਰਵਾ ਕੇ ਸੰਸਾਰ ਤੋਂ ਦੁਖੀ ਹੋ ਕੇ ਬੇਨਿਸ਼ਾਨ ਹੋ ਗਏ। ਰਾਵਣ ਦੇ ਸੰਬੰਧ ਵਿੱਚ ਗੁਰਬਾਣੀ ਵਿੱਚ ਕਥਨ ਹੈ, 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਇਸੇ ਤਰ੍ਹਾਂ ਦੁਰਯੋਧਨ ਬਾਬਤ ਵੀ ਕਥਨ ਹੈ, ਮੇਰੀ ਮੇਰੀ ਕਰਿਓ ਕਰਤੇ ਦੁਰਯੋਧਨ ਸੇ ਭਾਈ, ਬਾਰੈ ਜੈ ਜਨ ਛਤਰ ਚਲੈ ਥਾਂ ਦੇਹੀ, ਗਿਰ ਜਨ ਖਾਈ। ਤਾਤਪਰਯ ਇਹ ਹੈ, ਇਸ ਸੰਸਾਰ ਵਿੱਚ ਗਰੀਬੀ ਧਾਰਨ ਕਰਨ ਵਾਲਾ ਸੁਖੀ ਰਹਿੰਦਾ ਹੈ ਅਤੇ ਹੰਕਾਰ ਕਰਨ ਵਾਲਾ ਹੰਕਾਰ ਦੀ ਅਗਨੀ ਵਿੱਚ ਹੀ ਦੁਖੀ ਹੋ ਕੇ ਆਪਣਾ ਸਭ ਕੁਝ ਨਾਸ ਕਰ ਲੈਂਦਾ ਹੈ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਧਨ ਭੂਮ ਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸ਼ਬਦਾਰਥ, ਅੰਤਰ ਯਾਨੀ ਹਿਰਦੇ ਅੰਦਰ, ਨਰਕ ਪਾਤੀ ਯਾਨੀ ਨਰਕਾਂ ਵਿੱਚ ਪੈਣ ਵਾਲਾ, ਸੁਆਨ ਯਾਨੀ ਕੁੱਤਾ, ਵਿਸ਼ਟਾ ਯਾਨੀ ਗੰਦਗੀ, ਕਰਮਵੰਤ ਯਾਨੀ ਭਾਗਾ ਵਾਲਾ, ਭੂਮ ਯਾਨੀ ਧਰਤੀ। ਜਿਸ ਕੈ
ਨਰਕ ਪਾਤੀ ਹੋਵਤ ਸੁਆਨ। ਜਿਸ ਦੇ ਮਨ ਵਿੱਚ ਰਾਜ ਦਾ ਹੰਕਾਰ ਹੋਵੇ ਉਹ ਨਰਕਾਂ ਵਿੱਚ ਪੈਣ ਵਾਲਾ ਕੁੱਤਾ ਹੁੰਦਾ ਹੈ। ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਜੋ ਇਹ ਜਾਣਦਾ ਹੈ ਕਿ ਮੈਂ ਜਵਾਨੀ ਵਾਲਾ ਹਾਂ ਉਹ ਗੰਦਗੀ ਦਾ ਕੀੜਾ ਹੁੰਦਾ ਹੈ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ। ਜੋ ਆਪਣੇ ਆਪ ਨੂੰ ਚੰਗੇ ਕਰਮ ਕਰਨ ਵਾਲਾ ਕਹਾਉਂਦਾ ਹੈ ਉਹ ਜੰਮਦਾ ਤੇ ਮਰਦਾ ਬਹੁਤ ਜੂਨਾਂ ਵਿੱਚ ਭਰਮਦਾ ਰਹਿੰਦਾ ਹੈ। ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਧਨ ਤੇ ਧਰਤੀ ਦਾ ਜੋ ਹੰਕਾਰ ਕਰਦਾ ਹੈ ਉਹ ਮੂਰਖ ਅੰਨਾ ਗਿਆਨਹੀਨ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਕਿਰਪਾ ਕਰਕੇ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਗਰੀਬੀ ਵਸਾ ਦੇਵੇ ਉਹ ਇੱਥੇ ਦੁੱਖਾਂ ਤੇ ਛੁਟਕਾਰਾ ਤੇ ਅੱਗੇ ਦਰਗਾਹ ਵਿੱਚ ਸੁਖ ਪਾਉਂਦਾ ਹੈ। ਤਾਤਪਰਯ ਇਹ ਹੈ ਜੋ ਪੁਰਸ਼ ਆਪਣੇ ਮਾਲ ਧਨ ਜਵਾਨੀ ਅਤੇ ਸ਼ੁਭ ਕਰਮੀ ਹੋਣ ਦਾ ਹੰਕਾਰ ਕਰਦਾ ਹੈ ਉਹ ਜੰਮਣ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ। ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਜਿਸ ਦੇ ਹਿਰਦੇ ਵਿੱਚ ਨਿਮਰਤਾ ਆ ਜਾਵੇ ਮੈਂ ਮੇਰੀ ਦਾ ਮਾਣ ਮਿਟ ਜਾਵੇ ਉਹ ਲੋਕ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਬਹੁ ਲਸਕਰ ਮਨੁਖ ਊਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ। ਸਭ ਤੇ ਆਪ ਜਾਣੈ ਬਲਵੰਤ ਹਿਨ ਮਹਿ ਹੋਏ ਜਾਏ ਭਸਮੰਤ। ਕਿਸੈ ਨਾ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ। ਸ਼ਬਦਾਰਥ ਧਨਵੰਤਾ ਯਾਨੀ ਧਨ ਵਾਲਾ ਧਨੀ। ਗਰਬਾਵੈ ਯਾਨੀ ਹੰਕਾਰ ਕਰਦਾ ਹੈ। ਭਸਮੰਤ ਯਾਨੀ ਸੁਆ। ਬਧੈ ਯਾਨੀ ਗਿਣਦਾ। ਖੁਆਰੀ ਯਾਨੀ ਬੁਰੀ ਹਾਲਾਤ। ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਪੁਰਸ਼ ਧਨ ਵਾਲਾ ਹੋ ਕੇ ਹੰਕਾਰ ਕਰਦਾ ਹੈ ਪਰ ਇੱਕ ਤੀਲਾ ਭਰ ਵੀ ਅੰਤ ਨੂੰ ਕੁਛ ਉਸ ਦੇ ਨਾਲ ਨਹੀਂ ਜਾਂਦਾ। ਬਹੁ ਲਸਕਰ ਮਾਨੁਖ ਊਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ। ਜੋ ਬਹੁਤ ਫੌਜਾਂ ਤੇ ਮਨੁੱਖਾਂ ਉੱਤੇ ਆਸ ਕਰਦਾ ਹੈ ਕਿ ਇਹ ਸਹਾਇਤਾ ਕਰਨਗੇ ਪਰ ਉਹਨਾਂ ਫੌਜਾਂ ਤੇ ਮਨੁੱਖਾਂ ਦਾ ਜੇ ਪਰਮਾਤਮਾ ਚਾਹੇ ਤਾਂ ਇੱਕ ਛਿਨ ਭਰ ਵਿੱਚ ਨਾਸ ਹੋ ਜਾਂਦਾ ਹੈ। ਜਿਵੇਂ ਰਾਵਣ ਨੂੰ ਮਾਣ ਸੀ ਕਿ ਮੇਰਾ ਪੁੱਤਰ
ਮੇਘਨਾਥ ਰਾਜਾ ਇੰਦਰ ਨੂੰ ਜਿੱਤ ਲੈਣ ਵਾਲਾ ਬੜਾ ਬਲਵਾਨ ਯੋਧਾ ਹੈ। ਮੇਰਾ ਭਰਾ ਕੁੰਭਕਰਨ ਬੜਾ ਸੂਰਮਾ ਹੈ। ਮੇਰੀ ਸੈਨਾ ਬੜੀ ਬਲਵਾਨ ਹੈ। ਮੈਂ ਚੰਦ, ਸੂਰਜ, ਅੱਗ, ਪਾਣੀ ਤੇ ਹਵਾ ਨੂੰ ਆਪਣੇ ਸੇਵਾਦਾਰਾਂ ਵਾਂਗੂ ਘਰ ਵਿੱਚ ਕੰਮ ਕਰਨ ਨੂੰ ਰੱਖਿਆ ਹੋਇਆ ਹੈ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪਰੇ ਧੋਈ। ਪਰ ਇਹ ਵਿਚਾਰਾ ਰਾਮ ਜੰਗਲ ਦੇ ਬੰਦਰ ਤੇ ਰਿਛਾਂ ਨਾਲ ਮੇਰਾ ਕੀ ਵਿਗਾੜ ਸਕਦਾ ਹੈ। ਇਤਨਾ ਹੰਕਾਰ ਸੀ ਰਾਵਣ ਨੂੰ ਆਪਣੀ ਸੈਨਾ, ਮਨੁੱਖਾਂ ਤੇ ਆਪਣੇ ਬਾਹੂਬਲ ਉੱਤੇ। ਪਰ ਅੰਤ ਨੂੰ ਹੋਇਆ ਕਿ 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਘਰ ਵਿੱਚ ਦੀਵਾ ਬੱਤੀ ਕਰਨ ਵਾਲਾ ਕੋਈ ਨਾ ਰਿਹਾ। ਜੋ ਸੋਨੇ ਦੀ ਲੰਕਾ ਦਾ ਮਾਣ ਕਰਦਾ ਸੀ, ਉਹ ਵੀ ਛਿਣ ਵਿੱਚ ਦੂਜਿਆਂ ਦੀ ਹੋ ਗਈ। ਸਭ ਤੇ ਆਪ ਜਾਣੈ ਬਲਵੰਤ, ਕਿਨ ਮਹਿ ਹੋਏ ਜਾਏ ਭਸਮੰਤ। ਸਭ ਤੋਂ ਆਪ ਬਲਵਾਨ ਜਾਣਦਾ ਹੈ, ਉਹ ਇੱਕ ਛਿਨ ਵਿੱਚ ਸੁਆਹ ਹੋ ਜਾਂਦਾ ਹੈ। ਜਿਵੇਂ ਹਰਨਾਕਸ ਪ੍ਰਹਿਲਾਦ ਦਾ ਪਿਤਾ, ਜੋ ਆਪਣੇ ਆਪ ਨੂੰ ਈਸ਼ਵਰ ਹੀ ਅਖਵਾਉਂਦਾ ਸੀ ਅਤੇ ਸਭ ਦੇਵੀ ਦੇਵਤਿਆਂ ਤੋਂ ਆਪਣੇ ਆਪ ਨੂੰ ਬਲਵਾਨ ਸਮਝਦਾ ਸੀ। ਕੋਈ ਵੀ ਦੇਵਤਾ ਉਸ ਅੱਗੇ ਡਰਦਾ ਬੋਲ ਨਹੀਂ ਸਕਦਾ ਸੀ। ਪਰ ਅੰਤ ਨੂੰ ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ ਇੱਕ ਛਿਨ ਵਿੱਚ ਉਸ ਨੂੰ ਮਿੱਟੀ ਨਾਲ ਮਿਲਾ ਦਿੱਤਾ। ਕਿਸੈ ਨਾ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜੋ ਹੰਕਾਰੀ ਹੋ ਕੇ ਕਿਸੇ ਨੂੰ ਵੀ ਆਪਣੇ ਤੁਲ ਨਹੀਂ ਗਿਣਦਾ, ਧਰਮਰਾਜ ਉਸ ਦੀ ਬੁਰੀ ਹਾਲਾਤ ਕਰਦਾ ਹੈ। ਜਿਵੇਂ ਕਿ ਹੰਕਾਰੀ ਕੌਰਵਾਂ ਦਾ ਪਾਂਡਵਾਂ ਹੱਥੋਂ ਨਾਸ ਹੋਇਆ ਸੀ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਗੁਰੂ ਦੀ ਕਿਰਪਾ ਕਰਕੇ ਜਿਸ ਦਾ ਹੰਕਾਰ ਦੂਰ ਹੋ ਜਾਵੇ, ਗੁਰੂ ਜੀ ਕਹਿੰਦੇ ਹਨ, ਉਹ ਮਨੁੱਖ ਦਰਗਾਹ ਵਿੱਚ ਮੰਨਿਆ ਜਾਂਦਾ ਹੈ। ਤਾਤਪਰਯ ਇਹ ਹੈ, ਹੰਕਾਰ ਕਰਨ ਵਾਲਾ ਪੁਰਸ਼ ਸਦਾ ਖੁਆਰ ਹੋ ਕੇ ਦੁੱਖ ਪਾਉਂਦਾ ਹੈ ਅਤੇ ਨਿਮਰਤਾ ਵਾਲਾ ਸਫਲਤਾ ਪ੍ਰਾਪਤ ਕਰਕੇ ਸੁਖੀ ਰਹਿੰਦਾ ਹੈ। ਕੋਟ ਕਰਮ ਕਰੈ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਸ਼ਬਦ ਅਰਥ ਕੋਟ ਯਾਨੀ ਕਰੋੜਾਂ, ਹੋ ਯਾਨੀ ਹੰਕਾਰ, ਧਾਰੇ ਯਾਨੀ ਮਨ ਵਿੱਚ ਰੱਖੇ, ਸ਼ਰਮ ਯਾਨੀ ਮਿਹਨਤ, ਕਸ਼ਟ,
ਸਗਲੇ ਯਾਨੀ ਸਾਰੇ, ਬਿਰਥਾਰੇ ਯਾਨੀ ਕਿ ਬੇਅਰਥ ਜਾਂਦੇ ਹਨ। ਅਵਤਾਰ ਯਾਨੀ ਆਉਂਦਾ ਹੈ। ਆਤਮ ਯਾਨੀ ਹਿਰਦਾ, ਦਰਵੈ ਯਾਨੀ ਪਿੰਗਲਦਾ, ਪਾਣੀ ਵਾਂਗੂ ਵਹਿ ਤੁਰਦਾ, ਗਵੈ ਯਾਨੀ ਜਾਵੇ, ਰੇਨ ਯਾਨੀ ਚਰਨ ਧੂੜ, ਸੋਏ ਯਾਨੀ ਸੋਭਾ। ਕੋਟ ਕਰਮ ਕਰੈ ਹੋ ਧਾਰੀ, ਧਰਮ ਪਾਵੈ ਸਗਲੇ ਬਿਰਥਾਰੇ। ਜਿਹੜਾ ਕਰੋੜਾਂ ਸ਼ੁਭ ਕਰਮ ਕਰਕੇ ਮਨ ਵਿੱਚ ਅਹੰਕਾਰ ਰੱਖਦਾ ਹੈ ਕਿ ਮੈਂ ਚੰਗੇ ਕਰਮ ਕੀਤੇ ਹਨ, ਉਹ ਇਹ ਕੰਮ ਜਪ ਤਪ ਆਦਿਕ ਕਰਨ ਦਾ ਨਿਰਾ ਕਸ਼ਟ ਹੀ ਪਾਉਂਦਾ ਹੈ। ਉਸ ਦੇ ਸਾਰੇ ਕਰਮ ਨਿਸਫਲ ਹੋ ਜਾਂਦੇ ਹਨ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ। ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਜਿਹੜਾ ਹੰਕਾਰ ਕਰਦਾ ਹੈ, ਉਹ ਨਰਕਾਂ ਤੇ ਸਵਰਗਾਂ ਵਿੱਚ ਮੁੜ ਮੁੜ ਕੇ ਆਉਂਦਾ ਹੈ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਜਿਸ ਦਾ ਅਨੇਕਾਂ ਯਤਨ ਕਰਕੇ ਹੀ ਹਿਰਦਾ ਨਹੀਂ ਪਿੰਗਲਦਾ, ਅਰਥਾਤ ਪਰਮਾਤਮਾ ਦੀ ਪ੍ਰੇਮਾ ਭਗਤੀ ਤਥਾ ਕਿਸੇ ਦੀ ਹਮਦਰਦੀ ਵਿੱਚ ਨਰਮ ਨਹੀਂ ਹੁੰਦਾ, ਦੱਸੋ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਿਸ ਤਰ੍ਹਾਂ ਜਾਵੇਗਾ, ਅਰਥਾਤ ਨਹੀਂ ਜਾ ਸਕਦਾ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ, ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲਈ। ਚੰਗਿਆਈਆਂ ਉਸ ਦੇ ਨੇੜੇ ਨਹੀਂ ਆਉਂਦੀਆਂ। ਸਰਬ ਕੀ ਰੇਨ ਜਾ ਕਾ ਮਨ ਹੋਈ, ਕਹੋ ਨਾਨਕ ਤਾਂ ਕੀ ਨਿਰਮਲ ਸੋਈ। ਜਿਸ ਦਾ ਮਨ ਸਭ ਦੀ ਚਰਨ ਧੂੜ ਹੋ ਜਾਂਦਾ ਹੈ, ਹੰਕਾਰ ਦਾ ਤਿਆਗ ਕਰਕੇ ਮਨ ਵਿੱਚ ਨਿਮਰਤਾ ਰੱਖਦਾ ਹੈ, ਗੁਰੂ ਜੀ ਕਹਿੰਦੇ ਹਨ ਉਸ ਪੁਰਸ਼ ਦੀ ਚੰਗੀ ਸੋਭਾ ਹੁੰਦੀ ਹੈ। ਤਾਤਪਰਯ ਇਹ ਹੈ, ਹੰਕਾਰ ਨਾਲ ਕੀਤੇ ਹੋਏ ਜਪ ਤਪ ਤੇ ਦਾਨ ਪੁੰਨ ਆਦਿਕ ਕਰਮ ਬਿਨਾ ਕਸ਼ਟ ਸਹਾਰਨ ਦੇ ਹੋਰ ਕੋਈ ਲਾਭ ਨਹੀਂ ਹੁੰਦੇ। ਹੰਕਾਰ ਨੂੰ ਤਿਆਗ ਕੇ ਜਿਹੜਾ ਮਨ ਵਿੱਚ ਨਿਮਰਤਾ, ਦੀਨ ਦੁਖੀਆਂ ਦੀ ਹਮਦਰਦੀ ਅਤੇ ਸੇਵਾ ਭਾਵ ਰੱਖਦਾ ਹੈ, ਉਸ ਦੀ ਲੋਕ ਪਰਲੋਕ ਵਿੱਚ ਚੰਗੀ ਸੋਭਾ ਹੁੰਦੀ ਹੈ। ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਈ। ਜਦੋਂ ਤੱਕ ਇਹ ਜਾਣਦਾ ਹੈ ਕਿ ਮੇਰੇ ਤੋਂ ਕੁਛ ਹੁੰਦਾ ਹੈ, ਭਾਵ ਇਹ ਕੁਛ ਮੇਰੇ ਕਰਕੇ ਹੀ ਹੋ ਰਿਹਾ ਹੈ, ਤਦੋਂ ਤੱਕ ਇਸ ਨੂੰ ਸੁਖ ਨਹੀਂ ਹੁੰਦਾ। ਜਬ ਇਹ ਜਾਣੈ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਜਦ ਇਹ ਜਾਣਦਾ ਹੈ ਕਿ ਮੈਂ ਕੁਛ ਕਰਦਾ ਹਾਂ, ਭਾਵ ਹੰਕਾਰ ਕਰਕੇ ਕਹਿੰਦਾ ਹੈ ਕਿ ਇਹ ਕਾਰਜ ਮੈਂ ਕਰਦਾ ਹਾਂ, ਤਦ ਤੱਕ ਇਹ ਹੰਕਾਰੀ ਪੁਰਸ਼ ਗਰਭ ਜੂਨਾਂ ਵਿੱਚ ਭੌਂਦਾ ਫਿਰਦਾ ਹੈ। ਜਬ ਧਾਰੈ
ਕਹੂ ਬੈਰੀ ਮੀਤ, ਤਬ ਲਗ ਨਹਿ ਚਲ ਨਾਹੀ ਚੀਤ। ਜਦ ਤੱਕ ਇਹ ਕਿਸੇ ਨੂੰ ਵੈਰੀ, ਕਿਸੇ ਨੂੰ ਮਿੱਤਰ ਚਿਤਵਦਾ ਹੈ, ਤਦ ਤੱਕ ਇਸ ਦਾ ਚਿੱਤ ਟਿਕਾਣੇ ਨਹੀਂ ਰਹਿੰਦਾ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦ ਇਹ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ ਹੈ, ਤਦ ਤੱਕ ਧਰਮ ਰਾਏ ਇਸ ਨੂੰ ਦੰਡ ਦਿੰਦਾ ਹੈ, ਨਰਕ ਭੁਗਤਾਉਂਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋਂ ਛੂਟੈ। ਪ੍ਰਭੂ ਦੀ ਕਿਰਪਾ ਹੋਵੇ ਤਾਂ ਹੀ ਬੰਧਨ ਮਾਇਆ ਮੋਹ ਦੇ ਟੁੱਟਦੇ ਹਨ ਅਤੇ ਗੁਰੂ ਦੀ ਕਿਰਪਾ ਨਾਲ ਹੰਕਾਰ ਛੁੱਟ ਜਾਂਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਜਦ ਤੱਕ ਇਹ ਜੀਵ ਹੰਕਾਰ ਨਾਲ ਕੰਮ ਕਰਦਾ ਹੈ, ਕਿਸੇ ਨੂੰ ਵੈਰੀ ਤੇ ਕਿਸੇ ਨੂੰ ਸੱਜਣ ਆਖਦਾ ਹੈ, ਤਦ ਤੱਕ ਇਸ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਜੇ ਗੁਰੂ ਦੀ ਕਿਰਪਾ ਹੋਵੇ ਤਾਂ ਇਹਨਾਂ ਬੁਰਾਈਆਂ ਤੇ ਛੁਟਕਾਰਾ ਮਿਲਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ, ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।